वेलकम लाइफ, वेलकम लाइफ, स्वागत जिंदगी, स्वागत जिंदगी। प्यारे विद्यार्थियों, स्वागत जिंदगी के अज वाले पाठ दे विच तुहाडा स्वागत। अज दा पाठ शुरू करन तो पहला एक तुहाडे नाल गीत साझा करांगा। उस गीत दे बोलां तो ही तुसीं अंदाजा ला लवोगे कि अज असीं की गल करनी है, किस विषय बारे गल करनी है। इन्हां कालियां खूनी सड़कां ते, इन्हां कालियां खूनी सड़कां ते हर रोज मुसाफिर मरदे ने। जिस मां दी गोद दा लाल गया, अखियां चों सावन वरदे ने, अखियां चों सावन वरदे ने। जिस घर दा दीवा बुझदा ए, ओ सारी जिंदगी धुखदा ए। किते पुछ के देखो नानू, किते पुछ के देखो नानू, ओ किद्दां दुखड़े जरदे ने। इन्हां कालियां खूनी सड़कां ते हर रोज मुसाफिर मरदे ने, हर रोज मुसाफिर मरदे ने। प्यारे विद्यार्थियों, इन्हां बोलां राहीं तुसीं अंदाजा ला लिया होवेगा कि अज असीं बहुत ही जरूरी जिस विषय की साडे देश विच, साडे पंजाब विच, साडे पिंडां विच, साडे शहरां विच बहुत ही ज़्यादा जरूरत है, जिस सुरक्षा की, साडी कीमती जिंदगी की सुरक्षा। ये विषा साडे ट्रैफिक नियमां नाल जुड़िया होया है, साडे जीवन नाल जुड़िया होया है, साडियां सारियां दियां जिंदगियां नाल जुड़िया होया है, साडे रिश्ते नातियां नाल जुड़िया होया है। क्योंकि तुसीं आम तौर ते जदों सवेरे उठदे हो, जे तुसीं अखबार पढ़दे हो, जां तुसीं टीवी ते खबरां सुनदे हो, जां अपने फोन ते कोई खबर सुनदे हो, तां ज़्यादा खबरां साडे देश विच काफ़ी हादसिਆਂ ਦੀਆਂ, दुर्घटनावां ਦੀਆਂ ਹੁੰਦੀਆਂ ਨੇ। ਇਸ ਕਰਕੇ ਜ਼ਰੂਰੀ ਹੈ ਇਹਨਾਂ ਹਾਦਸਿਆਂ ਦੇ ਕਾਰਨਾਂ ਨੂੰ ਜਾਣਨ ਦੀ, ਇਹਨਾਂ ਦੁਰਘਟਨਾਵਾਂ ਦੇ ਕਾਰਨਾਂ ਨੂੰ ਜਾਣਨ ਦੀ ਕਿ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਸਾਡੀਆਂ ਸੜਕਾਂ ਤੇ ਸਾਡੇ ਆਲੇ ਦੁਆਲੇ ਕਿਉਂ ਇੰਨੇ ਹਾਦਸੇ ਹੁੰਦੇ ਨੇ। ਉਹਨਾਂ ਹਾਦਸਿਆਂ ਦੇ ਪਿੱਛੇ ਇਹੋ ਜਿਹੇ ਕਾਰਨ ਜ਼ਰੂਰ ਹੋਣਗੇ ਜਿਨ੍ਹਾਂ ਬਾਰੇ ਸ਼ਾਇਦ ਅਜੇ ਅਸੀਂ ਸਾਰੇ ਵਿਚਾਰ ਨਹੀਂ ਕਰ ਰਹੇ, ਜਾਂ ਜਿਨ੍ਹਾਂ ਬਾਰੇ ਅਸੀਂ ਜਾਗਰੂਕ ਨਹੀਂ। ਕਿਉਂਕਿ ਇਸ ਤਰ੍ਹਾਂ ਦੇ ਹਾਦਸਿਆਂ ਪਿੱਛੇ ਜਦੋਂ ਵੀ ਪਤਾ ਲੱਗਦਾ ਹੈ ਤਾਂ ਕਿਸੇ ਨਾ ਕਿਸੇ ਮਨੁੱਖ ਦੀ ਗਲਤੀ ਜ਼ਰੂਰ ਹੁੰਦੀ ਹੈ। ਬਹੁਤ ਘੱਟ ਹੋਇਆ ਹੈ ਜਦੋਂ ਕਿਤੇ ਮਸ਼ੀਨਰੀ ਦੀ ਗਲਤੀ ਨਾਲ ਇਹ ਹਾਦਸੇ ਹੋਏ ਹੋਣ। ਜ਼ਿਆਦਾਤਰ ਹਾਲਾਤਾਂ ਦੇ ਵਿੱਚ ਸੜਕਾਂ ਤੇ ਹੋਣ ਵਾਲੇ ਹਾਦਸੇ, ਸਾਡੇ ਰਾਹਾਂ ਵਿੱਚ ਹੋਣ ਵਾਲੇ ਹਾਦਸੇ, ਉਹਨਾਂ ਦੇ ਜ਼ਿੰਮੇਵਾਰ ਅਸੀਂ ਹੁੰਦੇ ਹਾਂ। ਪਿਆਰੇ ਵਿਦਿਆਰਥੀਓ, ਸਾਡਾ ਕੀ ਫਰਜ਼ ਬਣਦਾ ਹੈ ਇਹਨਾਂ ਹਾਦਸਿਆਂ ਨੂੰ ਰੋਕਣ ਲਈ, ਇਸ ਸੁਰੱਖਿਆ ਲਈ, ਜਿਸ ਨਾਲ ਸਾਡਾ ਆਪਣਾ ਜੀਵਨ ਵੀ ਵਧੀਆ ਹੋ ਸਕੇ ਤੇ ਸਾਡੇ ਆਲੇ ਦੁਆਲੇ ਦਾ ਵੀ ਜੀਵਨ ਸੁਖਾਵਾਂ ਹੋ ਸਕੇ। ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਵੀ ਕਿਸੇ ਥਾਂ ਤੇ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਵੇਲੇ ਕਿੰਨੀਆਂ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਨੇ, ਜਿਨ੍ਹਾਂ ਨਾਲ ਉਹਨਾਂ ਲੋਕਾਂ ਨੇ ਸਾਡੇ ਦੇਸ਼ ਦੇ ਲਈ, ਸਾਡੇ ਦੇਸ਼ ਦੇ ਵਿਕਾਸ ਲਈ ਤੇ ਆਪਣੇ ਇੱਕ ਵਧੀਆ ਜੀਵਨ ਜਿਉਣ ਦੇ ਲਈ ਜੋ ਸੁਪਨੇ ਉਹਨਾਂ ਨੇ ਸਿਰਜੇ ਹੁੰਦੇ ਨੇ, ਉਹ ਸਾਰਾ ਕੁਝ ਅਧੂਰਾ ਰਹਿ ਜਾਂਦਾ। ਜਦੋਂ ਵੀ ਕਿਤੇ ਹਾਦਸਾ ਹੁੰਦਾ ਤਾਂ ਉਹ ਇਕੱਲਾ ਵਿਅਕਤੀ ਨਹੀਂ ਜਾਂਦਾ, ਉਸ ਦੇ ਨਾਲ ਜੁੜੇ ਹੋਏ ਸਾਰੇ ਹੀ ਲੋਕ ਇੱਕ ਵਾਰੀ ਤਾਂ ਲੱਗਦਾ ਹੈ ਕਿ ਜ਼ਿੰਦਗੀ ਰੁਕ ਜਿਹੀ ਗਈ ਹੈ। ਇਸ ਕਰਕੇ ਸਾਨੂੰ ਇਹਨਾਂ ਜੋ ਵੱਡਾ ਵਿਸ਼ਾ ਹੈ ਸਾਡੇ ਜੀਵਨ ਦੀ, ਸਾਡੀ ਸਿਹਤ ਦੀ ਸੁਰੱਖਿਆ ਨਾਲ ਜੁੜਿਆ ਹੋਇਆ, ਉਸ ਬਾਰੇ ਸਾਨੂੰ ਸਾਰਿਆਂ ਨੂੰ ਸੋਚਣਾ ਬਣਦਾ ਹੈ, ਸਮਝਣਾ ਬਣਦਾ ਹੈ। ਤੁਹਾਡੀ ਪਾਠ ਪੁਸਤਕ ਦੇ ਵਿੱਚ ਵੀ ਇਸ ਬਾਰੇ ਬਹੁਤ ਵਧੀਆ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਕਿ ਸਾਨੂੰ ਕਿਸ ਤਰ੍ਹਾਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਅਸੀਂ ਜਦੋਂ ਵੀ ਘਰ ਤੋਂ ਬਾਹਰ ਪਹਿਲਾ ਕਦਮ ਪੁੱਟਦੇ ਹਾਂ, ਉਸੇ ਵੇਲੇ ਹੀ ਸ਼ੁਰੂ ਹੋ ਜਾਂਦੀ ਹੈ ਸਾਡੇ ਲਈ ट्रैफिक नियमां की जानकारी रखना ते ट्रैफिक नियमां की महत्ता नूं समझना। उस वेले ही सानू ये सोच लेना चाहिए है कि मैं हुण जो घर की चार दीवारी दे विच
ਇੱਕ ਸੇਫ ਥਾਂ ਤੇ ਸੀ, ਇੱਕ ਸੁਰੱਖਿਅਕ ਥਾਂ ਤੇ ਸੀ। ਪਰ ਹੁਣ ਮੈਂ ਉਸ ਚਾਰ ਦੀਵਾਰੀ ਤੋਂ ਬਾਹਰ ਆ ਗਿਆ ਹਾਂ, ਮੈਂ ਰਾਹ ਦੇ ਵਿੱਚ ਜਾਣਾ ਹੈ। ਕਿੰਨੇ ਲੋਕਾਂ ਨੇ ਮੇਰੇ ਨਾਲ, ਕਿਸੇ ਨੇ ਸਾਈਕਲ ਰਾਹੀਂ, ਕਿਸੇ ਨੇ ਗੱਡੀ ਰਾਹੀਂ, ਕਿਸੇ ਨੇ ਬਾਈਕ ਰਾਹੀਂ ਮੇਰੇ ਖੱਬੇ ਸੱਜੇ ਦੀ ਕਿਤੋਂ ਦੀ ਵੀ ਲੰਘਣਾ ਹੈ, ਤੇ ਮੈਂ ਦੇਖਣਾ ਹੈ ਕਿ ਮੈਨੂੰ ਜਿਹੜਾ ਨਿਯਮ ਦੱਸਦਾ ਹੈ ਕਿ ਮੈਂ ਕਿਹੜੇ ਪਾਸੇ ਤੁਰਨਾ ਹੈ। ਉਸ ਵੇਲੇ ਸਾਡੀ ਜ਼ਿੰਮੇਵਾਰੀ ਬਹੁਤ ਹੁਸ਼ਿਆਰ ਹੋ ਕੇ, ਬਹੁਤ ਹੀ ਜਾਗਰੂਕ ਹੋ ਕੇ ਚੱਲਣ ਦੀ ਬਣ ਜਾਂਦੀ ਹੈ, ਕਿਉਂਕਿ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਅਜੇ ਬਹੁਤ ਸਾਰੇ ਰਾਹ ਨੇ, ਇਸ ਤਰ੍ਹਾਂ ਦੀਆਂ ਅਜੇ ਬਹੁਤ ਸਾਰੀਆਂ ਸੜਕਾਂ ਨੇ ਜਿੱਥੇ ਸਾਡੇ ਲਈ ਸੁਰੱਖਿਆ ਦੇ ਪ੍ਰਤੀ ਗੰਭੀਰ ਹੋਣਾ ਹੋਰ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਜਦੋਂ ਤੁਸੀਂ ਸਵੇਰੇ ਉੱਠ ਕੇ ਜੇ ਸੈਰ ਕਰਨ ਲਈ ਜਾਂਦੇ ਹੋ, ਜੇਕਰ ਤੁਸੀਂ ਸਵਖਤੇ ਜਾਂਦੇ ਹੋ ਜਦੋਂ ਹਨੇਰਾ ਹੁੰਦਾ ਹੈ, ਤਾਂ ਉਸ ਵੇਲੇ ਵੀ ਸਾਨੂੰ ਇਸ ਗੱਲ ਲਈ ਧਿਆਨ ਰੱਖਣ ਦੀ ਲੋੜ ਹੈ ਕਿ ਜਿਸ ਸੜਕ ਤੇ ਅਸੀਂ ਸੈਰ ਕਰਨ ਜਾ ਰਹੇ ਹਾਂ ਕਿ ਉੱਥੇ ਲਾਈਟ ਦਾ ਪ੍ਰਬੰਧ ਹੈ। ਅਗਰ ਉੱਥੇ ਲਾਈਟ ਦਾ ਪ੍ਰਬੰਧ ਨਹੀਂ ਹੈ ਤਾਂ ਕੀ ਸਾਡੇ ਕੋਲ ਲਾਈਟ ਹੈ? ਕਿਉਂਕਿ ਜੇ ਤੁਸੀਂ ਹਨੇਰੇ ਦੇ ਵਿੱਚ ਸਵੇਰੇ ਹੀ ਸੈਰ ਕਰਨ ਚਲੇ ਜਾਂਦੇ ਹੋ ਤਾਂ ਕੋਈ ਗੱਡੀ ਆ ਰਹੀ ਹੈ ਜਿਸ ਦੀ ਕਈ ਵਾਰ ਲਾਈਟ ਵੀ ਨਹੀਂ ਹੁੰਦੀ, ਤਾਂ ਉਸ ਵੇਲੇ ਉਹ ਆਪ ਵੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਿਹਾ ਹੁੰਦਾ ਹੈ, ਉਸ ਗੱਡੀ ਨੂੰ ਚਲਾਉਣ ਵਾਲਾ, ਤੇ ਉਹ ਸਾਡੀ ਜਾਨ ਨੂੰ ਵੀ ਜੋਖਮ ਵਿੱਚ ਪਾ ਰਿਹਾ ਹੁੰਦਾ ਹੈ। ਸਾਡਾ ਸਵੇਰ ਤੋਂ ਹੀ ਸਫ਼ਰ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਹੈ ਅਤੇ ਉਸ ਦਾ ਧਿਆਨ ਰੱਖਣਾ ਹੈ। ਉਸ ਤੋਂ ਬਾਅਦ ਅਗਰ ਅਸੀਂ ਆਪਣੇ ਸਕੂਲ ਜਾਂਦੇ ਹਾਂ ਤਾਂ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਵਿਦਿਆਰਥੀਓ ਕਿ ਅਸੀਂ ਕੀ ਸੜਕ ਦੇ ਜਿਹੜੇ ਪਾਸੇ ਸਾਨੂੰ ਚੱਲਣ ਲਈ, ਪੈਦਲ ਜਦੋਂ ਚੱਲਣਾ ਤਾਂ ਅਸੀਂ ਖੱਬੇ ਚੱਲਣਾ ਹੈ ਜਾਂ ਸੱਜੇ ਚੱਲਣਾ ਹੈ, ਕੀ ਸਾਨੂੰ ਇਸ ਗੱਲ ਦਾ ਗਿਆਨ ਹੈ? ਇਹ ਸਵਾਲ ਤੁਸੀਂ ਆਪਣੇ ਅਧਿਆਪਕ ਸਾਹਿਬਾਨ ਨੂੰ ਜ਼ਰੂਰ ਕਰਨਾ, ਆਪਣੇ ਮਾਤਾ ਪਿਤਾ ਨੂੰ ਜ਼ਰੂਰ ਕਰਨਾ। ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਖੱਬੇ ਹੱਥ ਚੱਲੋ, ਕੀ ਪੈਦਲ ਚੱਲਣ ਲਈ ਖੱਬੇ ਹੱਥ ਚੱਲਣ ਦਾ ਨਿਯਮ ਹੈ ਜਾਂ ਸੱਜੇ ਹੱਥ ਚੱਲਣ ਦਾ ਨਿਯਮ ਹੈ? ਇਹ ਸਵਾਲ ਤੁਹਾਨੂੰ ਇਸ ਕਰਕੇ ਦਿੱਤਾ ਹੈ ਤਾਂ ਕਿ ਤੁਸੀਂ ਇਸ ਲਈ ਜੋ ਜਾਣਕਾਰੀ ਕਿਸੇ ਤੋਂ ਪ੍ਰਾਪਤ ਕਰੋਗੇ ਤਾਂ ਤੁਹਾਨੂੰ ਬਿਲਕੁਲ ਯਾਦ ਹੋ ਜਾਵੇਗੀ ਅਤੇ ਸਾਰੀ ਜ਼ਿੰਦਗੀ ਤੁਸੀਂ ਇਸ ਜਾਣਕਾਰੀ ਨੂੰ ਆਪਣੇ ਨਾਲ ਰੱਖੋਗੇ। ਇੱਕ ਗੱਲ ਹੋਰ ਅਸੀਂ ਕਰਨੀ ਹੈ ਕਿ ਜਦੋਂ ਅਸੀਂ ਆਪਣੇ ਸਕੂਲ ਨੂੰ ਜਾ ਰਹੇ ਹਾਂ, ਅਗਰ ਸਾਡੇ ਨਾਲ ਕੋਈ ਸਾਡਾ ਸਾਥੀ ਜਾ ਰਿਹਾ ਹੈ, ਕੀ ਅਸੀਂ ਦੋਨੋਂ ਜਾਣੇ ਇੱਕ ਦੂਜੇ ਨੂੰ ਜੋਟੀ ਪਾ ਕੇ ਤੁਰ ਰਹੇ ਹਾਂ ਜਾਂ ਕੀ ਅਸੀਂ ਇੱਕ ਲਾਈਨ ਦੇ ਵਿੱਚ ਤੁਰ ਰਹੇ ਹਾਂ? ਇਸ ਗੱਲ ਦਾ ਧਿਆਨ ਅਸੀਂ ਖੁਦ ਰੱਖਣਾ ਹੈ। ਜਾਂ ਕੀ ਅਸੀਂ ਫੁੱਟਪਾਥ ਤੇ ਤੁਰ ਰਹੇ ਹਾਂ ਜਾਂ ਜੋ ਸਾਡੇ ਲਈ ਥਾਂ ਬਣਿਆ ਹੈ ਚੱਲਣ ਲਈ ਉਸ ਤੇ ਤੁਰ ਰਹੇ ਹਾਂ? ਜਾਂ ਕਈ ਵਾਰ ਅਸੀਂ ਦੇਖਿਆ ਹੈ ਕਿ ਜੋ ਆਮ ਤੌਰ ਤੇ ਸਾਡੇ ਵਿਦਿਆਰਥੀ ਗਲਤੀਆਂ ਕਰਦੇ ਹਨ, ਪਹਿਲਾਂ ਆਪਾਂ ਉਹਨਾਂ ਬਾਰੇ ਗੱਲ ਕਰ ਲਈਏ। ਜਦੋਂ ਅਸੀਂ ਆਪਣੇ ਘਰ ਤੋਂ ਬਾਹਰ ਨਿਕਲਦੇ ਹਾਂ ਤਾਂ ਅਗਰ ਅਸੀਂ ਸਾਈਕਲ ਤੇ ਦੋ ਵਿਦਿਆਰਥੀ ਇਕੱਠੇ ਜਾ ਰਹੇ ਹਾਂ, ਇਹ ਇੱਕ ਬਹੁਤ ਵੱਡੀ ਗਲਤੀ ਜਿਹੜੇ ਸਾਡੇ ਆਮ ਤੌਰ ਤੇ ਵਿਦਿਆਰਥੀ ਕਰਦੇ ਨੇ। ਇੱਕ ਹੋਰ ਅਸੀਂ ਗਲਤੀ ਕਰਦੇ ਹਾਂ, ਕਈ ਵਾਰ ਅਸੀਂ ਸਾਈਕਲ ਤੇ ਜਾਂਦੇ ਹਾਂ ਪਰ ਸਾਡੇ ਸਿਰ ਤੇ ਹੈਲਮਟ ਨਹੀਂ ਹੁੰਦਾ। ਕੀ ਉਹ ਹੈਲਮਟ ਸਿਰਫ ਬਾਈਕ ਲਈ ਹੈ? ਪਿਆਰੇ ਵਿਦਿਆਰਥੀਓ, ਨਹੀਂ, ਉਹ ਹੈਲਮਟ ਸਾਈਕਲ ਤੇ ਚੱਲਣ ਵਾਲਿਆਂ ਲਈ ਵੀ ਹੈ, ਕਿਉਂਕਿ ਅਗਰ ਕਈ ਵਾਰ ਕੋਈ ਹਾਦਸਾ ਹੋ ਜਾਵੇ, ਸਾਈਕਲ ਤੋਂ ਅਸੀਂ ਕੋਈ ਡਿੱਗਣ ਦੀ ਹਾਲਤ ਵਿੱਚ ਹੋਈਏ ਤਾਂ ਉਹ ਹੈਲਮਟ ਸਾਡੀ ਜਾਨ ਦੀ ਸੁਰੱਖਿਆ ਕਰ ਸਕਦਾ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਗੱਲਾਂ ਸਾਡੇ ਵਿਦਿਆਰਥੀ ਜੀਵਨ ਦੇ ਵਿੱਚ ਅਸੀਂ ਕਰਦੇ ਹਾਂ। ਕਈ ਵਾਰ ਅਸੀਂ ਆਪਣੇ ਘਰਦਿਆਂ ਤੋਂ ਬਾਈਕ ਲੈ ਜਾਂਦੇ ਹਾਂ ਪਰ ਜਦ ਕਿ ਉਸ ਬਾਈਕ ਨੂੰ ਚਲਾਉਣ ਲਈ ਸਾਡੀ ਅਜੇ ਤੱਕ ਉਮਰ ਵੀ ਨਹੀਂ ਹੁੰਦੀ, ਸਾਡਾ ਲਾਇਸੈਂਸ ਵੀ ਨਹੀਂ ਬਣਿਆ ਹੁੰਦਾ। ਇਹ ਵੀ ਸਾਡੇ ਆਮ ਤੌਰ ਤੇ ਵਿਦਿਆਰਥੀਆਂ ਵੱਲੋਂ ਗਲਤੀ ਕੀਤੀ ਜਾਂਦੀ ਹੈ। ਇੱਕ ਹੋਰ ਜੋ ਗਲਤੀ ਕਰਦੇ ਹਾਂ ਅਸੀਂ, ਕਈ ਵਾਰ ਬਾਈਕ ਤੇ ਸਾਡੇ ਵਿਦਿਆਰਥੀ ਜਾ ਰਹੇ ਹੁੰਦੇ ਆ, ਅਸੀਂ ਆਮ ਤੌਰ ਤੇ ਵੇਖਦੇ ਹਾਂ 2-2 3-3 ਕਈ ਵਾਰ ਜਾਣੇ ਉਸ ਬਾਈਕ ਦੇ ਉੱਤੇ ਬੈਠ ਕੇ ਉਸ ਨੂੰ ਚਲਾ ਰਹੇ ਹੁੰਦੇ ਆ। ਇਹ ਵੀ ਅਸੀਂ ਟ੍ਰੈਫਿਕ ਨਿਯਮ ਜੋ ਤੋੜਨ ਦੀ ਗੱਲ ਹੈ ਉਸ ਦੇ ਵਿੱਚ ਹੀ ਆਉਂਦਾ ਹੈ। ਇਸ ਤੋਂ ਬਿਨਾਂ ਅਸੀਂ ਦੇਖ ਸਕਦੇ ਹਾਂ ਪਿਆਰੇ ਵਿਦਿਆਰਥੀਓ, ਜਦੋਂ ਆਪਣੇ ਪਰਿਵਾਰ ਨਾਲ ਅਸੀਂ ਕਿਤੇ ਜਾਂਦੇ ਹਾਂ ਤਾਂ ਉਸ ਵੇਲੇ ਕੀ ਅਸੀਂ ਸਾਡੇ ਪਰਿਵਾਰ ਦੇ ਮੈਂਬਰ ਜੋ ਗੱਡੀ ਚਲਾ ਰਹੇ ਹਨ ਜਾਂ ਅਸੀਂ ਕਿਤੇ ਬੈਠੇ ਹਾਂ ਕਿ ਉਹਨਾਂ ਨੇ ਸੀਟ ਬੈਲਟ ਲਗਾਈ ਹੋਈ ਹੈ? ਇਸ ਗੱਲ ਦਾ ਵੀ ਸਾਨੂੰ ਧਿਆਨ ਰੱਖਣ ਦੀ ਲੋੜ ਹੈ। ਤੇ ਬਹੁਤ ਵਾਰ ਤੁਸੀਂ ਵੇਖਿਆ ਹੋਣਾ ਅਸੀਂ ਜਿਹੜੀਆਂ ਗਲਤੀਆਂ ਕਰਕੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਾਂ। ਮੈਂ ਕਹਾਂਗਾ ਤੁਹਾਨੂੰ, ਅਗਰ ਤੁਸੀਂ ਇਹਨਾਂ ਪਹਿਲਾਂ ਕਾਰਨਾਂ ਨੂੰ ਆਪਣੀ ਕਾਪੀ ਤੇ ਨੋਟ ਕਰ ਲਵੋਗੇ ਤਾਂ ਉਸ ਦੇ ਨਾਲ ਅਸੀਂ ਇਹਨਾਂ ਕਾਰਨਾਂ ਬਾਰੇ ਗੱਲਬਾਤ ਕਰ ਸਕਾਂਗੇ, ਮੁਲਾਂਕਣ ਕਰ ਸਕਾਂਗੇ ਤੇ ਇਹ ਆਪਣੇ ਆਪ ਨਾਲ ਗੱਲ ਵੀ ਕਰ ਸਕਾਂਗੇ ਕਿ ਕੀ ਮੈਂ ਇਹ ਗਲਤੀ ਤਾਂ ਨਹੀਂ ਕਰਦਾ? ਅਗਰ ਮੈਂ ਇਹ ਗਲਤੀ ਕਰਦਾ ਤਾਂ ਮੇਰੇ ਕਰਕੇ ਸਿਰਫ ਮੇਰਾ ਹੀ ਨਹੀਂ, ਹੋਰ ਕਿੰਨੇ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ। ਸੋ ਇਸ ਕਰਕੇ ਪਹਿਲਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿ ਅਗਰ ਅਸੀਂ ਇਹਨਾਂ ਨੂੰ ਪਹਿਲਾਂ ਆਪਣੀ ਹੁਣ ਨਾਲ ਦੀ ਨਾਲ ਕਾਪੀ ਤੇ ਲਿਖੀਏ ਕਿ ਅਸੀਂ ਗਲਤੀਆਂ ਕਿਹੜੀਆਂ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸੁਧਾਰਨ ਦੀ, ਇਹਨਾਂ ਨਿਯਮਾਂ ਨੂੰ ਹੋਰ ਵਧੀਆ ਢੰਗ ਨਾਲ ਆਪਣੇ ਆਪ ਤੇ ਬਣਾਉਣ ਦੀ ਗੱਲ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ, ਜੋ ਤੁਸੀਂ ਲਿਖਣੀ ਹੈ ਉਹ ਇਹੀ ਹੈ ਕਿ ਕੀ ਅਸੀਂ ਹੈਲਮਟ ਪਾ ਕੇ ਸਾਈਕਲ ਜਾਂ ਬਾਈਕ ਚਲਾਉਂਦੇ ਹਾਂ ਕਿ ਬਿਨਾਂ ਹੈਲਮਟ ਤੋਂ? ਪਹਿਲੀ ਗਲਤੀ ਜਿਹੜੀ ਆਮ ਤੌਰ ਤੇ ਸਾਡੇ ਵਿਦਿਆਰਥੀਆਂ ਵੱਲੋਂ ਜਾਂ ਸਾਡੇ ਲੋਕਾਂ ਵੱਲੋਂ ਕੀਤੀ ਜਾਂਦੀ ਹੈ।
दूसरी जो असी गलती करते हाँ वो ये है कि जदों असी स्कूल वाल नूं जां किते भी जा रहे हैं कि असी जे दो साथी अलग अलग साइकिलों ते जा रहे हैं, लाइन में जा रहे हैं जां इकट्ठे असी रोड के उत्ते जा रहे हैं। बहुत बारी असी वेख्या है जो गलती आम तौर पर साडे पिंडां विच शहरां विच हुंदी है। साडे बहुत बार बच्चे खेडण की जगह मैदान हुंदी है पर उन्होंने सड़क नूं खेडण का मैदान बनाया हुंदा है। ये भी एक हादसिਆਂ का कारण बनता है। इस गल नूं भी आपां अजे नोट करांगे। इस तो बिना बाइक ते ज़्यादा विद्यार्थियों का बैठ के बाइक चलाउणा, बिना लाइसेंस तो बाइक चलाउणा, जां इस तो बिना होर बहुत सारिया असी गलतियां जिहड़ियां तुसीं जाणदे हो। कई बार असी लाइट लाल लाइट हुंदी है जिथे असी रुकना हुंदा है पर असी काहली नाल उस लाइट नूं पार करते हाँ। इस तरह दीयां बहुत सारिया अणगहलियां लापरवाहियां आम तौर पर साडियां सड़कां ते असी हुंदियां वेखदे हाँ, जिन्हां करके बहुत सारे हादसे हुंदे ने। कल्ले साडे बच्चे ही नहीं बड़े भी इस तरह दीयां बहुत सारियां गलतियां करते हैं। जिवें आम तौर पर साडे उन्हां थावां ते जिथे रेहड़ी वालियां नूं रेहड़ी लाउण दी मनाही हुंदी है, वो सड़क के उत्ते रेहड़ियां ला लैंदे हैं, जिस करके बहुत सारा जिहड़ा साडा ट्रैफिक की समस्या हो जाती है। इस तरह ही तुसीं वेख्या होना कई बार जदों असी रेलवे क्रॉसिंग के कोले जाते हाँ तो कई बार रेलवे वालियां वालों उसनूं बंद किया हुंदा है क्योंकि ट्रेन आउणी हुंदी है, पर फिर भी असी उसके थल्ले दी किन्ने लोकां नूं जांदियां वेख्या होवेगा अपने साइकिल स्कूटर टेढ़ा करके नीचे दी करके अगे कढ़ के वो ट्रैफिक नियम नूं तोड़ के अगे जाते हैं। ये भी बहुत बड़ा एक कानूनी जुर्म है। बहुत सारे साडे देश दे विच लोग नशा करके गड्डी चलाउंदे ने, ओवरलोड गड्डियां चलाउंदे ने। इस तरह कई बार बहुत उच्ची आवाज़ दे विच वो गाने ला के चाहे वो ट्रैक्टर ते गाने लगा के साडे पिंड च गेड़े दिंदे होण, चाहे वो सड़क ते लगा के चलाउंदे होण, ये भी ट्रैफिक नियमां दे उल्ट गल है। चाहे असी बस विच सफ़र करते होइए वो इस तरह बहुत उच्ची आवाज़ दे विच गाने लगाउण जां प्रैशर हाਰਨ की गल करिए जां बार बार हाਰਨ मारते होण, ये भी ट्रैफिक नियम दे तोड़न वाली गल आम तौर पर साडे लोकां वल्लों कीती जाती है। जिस तरह एक होर गलती बहुत वड्डी अज दे समय हुंदी है, ड्राइविंग दे नाल मोबाइल फोन सुनना, फोन ते गल्लां करनियां ते ड्राइविंग नूं गंभीरता नाल ना लेना भी बहुत बार हादसिਆਂ का कारण बनता। बहुत बार ट्रैफिक नियमां का पालना करन वेले असी ट्रैफिक पुलिस का साथ नहीं दिंदे। इस तरह दी बहुत सारिया गल्लां ने जिन्हां करके साडे देश विच जो सड़कों ते होने वाले हादसिਆਂ की दर है वो बहुत ज़्यादा है। बहुत कीमती जानां असी हर साल इस तरह गवा लैंदे हाँ। सो अगर असी सारे ट्रैफिक नियमां की पालना नहीं करांगे तो साडे देश का साडे समाज का इस तरह का बहुत सारा जो नुकसान है वो हो रहा है। तो सानू सारिਆਂ नूं, क्योंकि तुसी स्कूल दे विच पढ़दे हो, तुसी जागरूक विद्यार्थी हो, तुसी समझदार विद्यार्थी हो, मैं उम्मीद करदा तुसी ये जो कारण तुहाडे नाल मैं साझे कीते ने अपनी कापी ते लिख लए होणगे कि असी किहड़े जो ट्रैफिक के नियम ने तोड़ते हाँ तो उस तो गलती के नाल असी कितना नुकसान करते हाँ। जदों प्यारे विद्यार्थियों तुसी इन्हां नूं अपनी कापी ते लिख लिया है तो मैं तुहाडे तो उम्मीद करदा कि तुसी अपने किसी मित्र नाल, अपने अध्यापक नाल इन्हां नियमां की गल जरूर साझी करोगे कि ये गलतियां साडे देश दे विच साडे लोकां वल्लों हुंदियां ने। इस करके हादसिਆਂ की गिणती बहुत ज़्यादा है। तुसी बेशक तुहाडे कोल घरदिਆਂ कोल मोबाइल फोन है, तुसी उस ते एक गिणती जरूर नोट करनी कि साडे देश विच किन्ने लोग जो इस तरह के हादसिਆਂ का शिकार हुंदे ने। इस तो बाद तुसी अपने आप महसूस करोगे, अंदाजा लगाओगे कि इन्हां जो हादसे ने इन्हां नूं रोकण लई साडी जिम्मेवारी किन्नी वड्डी बन जाती है, किन्नी जरूरी बन जाती है। इस करके साडे स्कूलों विच, साडे कॉलेजां विच साडे विद्यार्थियों को बार बार इन्हां नियमां की सिखलाई दी जाती है, इन्हां बारे दस्सिया जाता है। इस करके साडा भी फर्ज बनता है कि असी इन्हां प्रति गंभीर होइए अते ट्रैफिक नियमां की पालना करिए। आपां ट्रैफिक नियमां बारे होर भी गल्लां करनियां ने। इस तो पहलां ट्रैफिक नियमां की पालना दे करन लई एक गीत तुहाडे नाल साझा करदा, उस तो बाद आपां अगे गल करांगे। आपां ट्रैफिक के नियमां बारे होर भी गल्लां करनियां ने, ट्रैफिक नियमां नाल जुड़िया होया। इस तो पहलां तुहानूं एक गीत सुणाउंदे हां।
ਹੈਲਮਟ ਪਾਉਣਾ, ਕੋਈ ਵੀ ਵਾਹਨ ਚਲਾਉਣਾ, ਕੰਨ ਤੇ ਨਾ ਮੋਬਾਈਲ ਲਗਾਉਣਾ, ਲੈ ਕੇ ਜੇ ਜਾਣੀ ਗੱਡੀ ਹੋਵੇ ਸੀਟ ਬੈਲਟ ਵੀ ਲੱਗੀ, ਸਮਝਣ ਦੀ ਲੋੜ ਨਿਯਮ ਟ੍ਰੈਫਿਕ ਦੇ, ਐਵੇਂ ਨਾ ਤੋੜ ਨਿਯਮ ਟ੍ਰੈਫਿਕ ਦੇ, ਐਵੇਂ ਨਾ ਤੋੜ ਨਿਯਮ ਟ੍ਰੈਫਿਕ ਦੇ। ਆ ਕੇ ਕਈ ਨਸ਼ਾ ਚਲਾਉਂਦੇ, ਆਪਣੀ ਉਹ ਜਾਨ ਗਵਾਉਂਦੇ, ਸੜਕਾਂ ਤੇ ਰੇਸਾਂ ਲਾਈਆਂ ਦੇਵੀਂ ਕੁਝ ਅਕਲ ਉਸਾਈਆਂ। ਆ ਕੇ ਕਈ ਨਸ਼ਾ ਚਲਾਉਂਦੇ, ਆਪਣੀ ਉਹ ਜਾਨ ਗਵਾਉਂਦੇ, ਸੜਕਾਂ ਤੇ ਰੇਸਾਂ ਲਾਈਆਂ ਦੇਵੀਂ ਕੁਝ ਅਕਲ ਉਸਾਈਆਂ। ਰਾਹਾਂ ਵਿੱਚ ਤੱਕ ਲੈ ਕਿੰਨੇ, ਰਾਹਾਂ ਵਿੱਚ ਤੱਕ ਲੈ ਕਿੰਨੇ, ਆਉਂਦੇ ਨੇ ਮੋੜ ਨਿਯਮ ਟ੍ਰੈਫਿਕ ਦੇ, ਐਵੇਂ ਨਾ ਤੋੜ ਨਿਯਮ ਟ੍ਰੈਫਿਕ ਦੇ, ਤੇਰੀ ਬੜੀ ਲੋੜ ਨਿਯਮ ਟ੍ਰੈਫਿਕ ਦੇ, ਐਵੇਂ ਨਾ ਤੋੜ ਨਿਯਮ ਟ੍ਰੈਫਿਕ ਦੇ। ਜੀਵਨ ਹੈ ਬਹੁਤ ਪਿਆਰਾ, ਮਿਲਣਾ ਨਹੀਂ ਫੇਰ ਦੁਬਾਰਾ, ਨਿਯਮਾਂ ਦਾ ਮਾਣ ਨਜ਼ਾਰਾ, ਸਮਝਣ ਦੀ ਗੱਲ ਦਿਲਦਾਰਾ। ਜੀਵਨ ਹੈ ਬਹੁਤ ਪਿਆਰਾ, ਮਿਲਣਾ ਨਹੀਂ ਫੇਰ ਦੁਬਾਰਾ, ਨਿਯਮਾਂ ਦਾ ਮਾਣ ਨਜ਼ਾਰਾ, ਸਮਝਣ ਦੀ ਗੱਲ ਦਿਲਦਾਰਾ। ਜ਼ਿੰਦਗੀ ਦੇ ਸਾਹਾਂ ਵਾਲੀ, ਜ਼ਿੰਦਗੀ ਦੇ ਸਾਹਾਂ ਵਾਲੀ, ਟੁੱਟ ਜੇ ਨਾ ਡੋਰ ਨਿਯਮ ਟ੍ਰੈਫਿਕ ਦੇ, ਐਵੇਂ ਨਾ ਤੋੜ ਨਿਯਮ ਟ੍ਰੈਫਿਕ ਦੇ, ਤੇਰੀ ਬੜੀ ਲੋੜ ਨਿਯਮ ਟ੍ਰੈਫਿਕ ਦੇ, ਐਵੇਂ ਨਾ ਤੋੜ ਨਿਯਮ ਟ੍ਰੈਫਿਕ ਦੇ। ਪਿਆਰੇ ਵਿਦਿਆਰਥੀਓ, ਗੀਤ ਤੁਹਾਨੂੰ ਐਵੇਂ ਨਾ ਤੋੜ ਨਿਯਮ ਟ੍ਰੈਫਿਕ ਦੇ, ਤੇਰੀ ਬੜੀ ਲੋੜ, ਉਮੀਦ ਕਰਦਾ ਤੁਹਾਨੂੰ ਇਹ ਗੀਤ ਵਧੀਆ ਲੱਗਿਆ ਹੋਵੇਗਾ। ਇਸ ਗੀਤ ਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾ ਲੈਣਾ ਹੈ। ਇਸ ਤਰ੍ਹਾਂ ਅਸੀਂ ਅੱਜ ਤੋਂ ਇਹ ਪ੍ਰਣ ਕਰਨਾ ਹੈ ਕਿ ਕਿਹੜੀਆਂ-ਕਿਹੜੀਆਂ ਗਲਤੀਆਂ ਕਰਕੇ ਸਾਡੇ ਟ੍ਰੈਫਿਕ ਦੇ ਜੋ ਨਿਯਮ ਨੇ ਟੁੱਟਦੇ ਨੇ, ਤੇ ਅੱਜ ਤੋਂ ਬਾਅਦ ਅਸੀਂ ਇਹਨਾਂ ਨਿਯਮਾਂ ਨੂੰ ਟੁੱਟਣ ਨਹੀਂ ਦੇਣਾ। ਅਸੀਂ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਹੈ। ਅਸੀਂ ਖੁਦ ਹੀ ਪਾਲਣਾ ਨਹੀਂ ਕਰਨੀ, ਅਸੀਂ ਆਪਣੇ ਨਾਲ ਆਪਣੇ ਜੋ ਮਿੱਤਰ ਨੇ, ਆਪਣੇ ਜੋ ਘਰ ਦੇ ਨੇ, ਉਹਨਾਂ ਨੂੰ ਵੀ ਸਮਝਾਉਣਾ ਹੈ। ਜਦੋਂ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕਿਤੇ ਰਿਸ਼ਤੇਦਾਰੀ 'ਚ ਗੱਡੀ 'ਚ ਬੈਠ ਕੇ ਜਾਂਦੇ ਹੋ, ਅਗਰ ਉਹ ਸੀਟ ਬੈਲਟ ਨਹੀਂ ਲਗਾਉਂਦੇ ਤਾਂ ਤੁਸੀਂ ਉਹਨਾਂ ਨੂੰ ਕਹਿ ਕੇ ਸੀਟ ਬੈਲਟ ਲਗਵਾਉਣੀ ਹੈ। ਇਹ ਵੀ ਚੈੱਕ ਕਰਨਾ ਹੈ ਕਿ ਜੋ ਸਾਡੇ ਗੱਡੀ ਚਲਾਉਣ ਵਾਲਾ ਹੈ ਕਿ ਉਹਦਾ ਲਾਇਸੈਂਸ ਬਣਿਆ ਹੋਇਆ ਹੈ। ਕਈ ਵਾਰ ਅਸੀਂ ਲਾਪਰਵਾਹੀ ਨਾਲ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਬਹੁਤ ਵੱਡੇ ਹਾਦਸਿਆਂ ਨੂੰ ਜਨਮ ਦੇ ਦਿੰਦੇ ਹਾਂ। ਇਸ ਕਰਕੇ ਸਾਨੂੰ ਜ਼ਰੂਰਤ ਹੈ, ਕਿਉਂਕਿ ਤੁਸੀਂ ਸਕੂਲਾਂ ਵਿੱਚ ਆਉਂਦੇ ਹੋ, ਤੁਸੀਂ ਜਾਗਰੂਕ ਵਿਦਿਆਰਥੀ ਹੋ, ਤੁਸੀਂ ਹੀ ਦੇਸ਼ ਦਾ ਭਵਿੱਖ ਹੋ, ਤੁਸੀਂ ਹੀ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ, ਤੁਸੀਂ ਹੀ ਦੇਸ਼ ਨੂੰ ਚੰਗਾ ਬਣਾਉਣਾ ਹੈ, ਸਫਲ ਬਣਾਉਣਾ ਹੈ। ਅਨੁਸ਼ਾਸਨ ਵਿੱਚ ਕਿਸ ਤਰ੍ਹਾਂ ਦੇਸ਼ ਨੇ ਚੱਲਣਾ ਹੈ, ਇਹ ਵੀ ਇੱਕ ਸਾਡੇ ਸਿਸਟਮ ਦਾ ਹਿੱਸਾ ਹੈ। ਅਗਰ ਅਸੀਂ ਟ੍ਰੈਫਿਕ ਨਿਯਮਾਂ ਬਾਰੇ ਖੁਦ ਜਾਗਰੂਕ ਹੋਵਾਂਗੇ ਤਾਂ ਹੀ ਅਸੀਂ ਅੱਗੇ ਲੋਕਾਂ ਨੂੰ ਜਾਗਰੂਕ ਕਰ ਸਕਾਂਗੇ। ਤੁਸੀਂ ਆਪਣੇ ਫੋਨ ਦੇ ਵਿੱਚ ਵੀ ਵੇਖ ਸਕਦੇ ਹੋ ਕਿ ਕਿਹੜੇ-ਕਿਹੜੇ ਨਿਯਮ ਸਾਡੇ ਜੋ ਟ੍ਰੈਫਿਕ ਵਿਭਾਗ ਵੱਲੋਂ ਸਾਡੇ ਲਈ ਬਣਾਏ ਗਏ ਹਨ। ਆਪਣੇ ਸਕੂਲਾਂ ਦੇ ਵਿੱਚ ਇੱਕ ਟ੍ਰੈਫਿਕ ਹਫ਼ਤਾ ਵੀ ਮਨਾਇਆ ਜਾਂਦਾ ਹੈ। ਉਸ ਵੇਲੇ ਵੀ ਸਾਡੇ ਸਕੂਲਾਂ ਦੇ ਵਿੱਚ ਟ੍ਰੈਫਿਕ ਵਿਭਾਗ ਨਾਲ ਸੰਬੰਧਿਤ ਕਰਮਚਾਰੀ ਆ ਕੇ ਸਾਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਦੱਸਦੇ ਨੇ ਕਿ ਜਿਹੜੀਆਂ ਗਲਤੀਆਂ ਕਰਕੇ ਅਸੀਂ ਸਾਰੇ ਲੋਕ ਜੋ ਸਾਡੇ ਦੇਸ਼ ਵਿੱਚ ਹਾਦਸਿਆਂ ਦੀ ਗਿਣਤੀ ਹੈ ਉਸ ਨੂੰ ਵਧਾ ਰਹੇ ਹਾਂ। ਅਗਰ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਤਾਂ ਇਹ ਇੱਕ ਬਹੁਤ ਵਧੀਆ ਗੱਲ ਸਾਡੇ ਲਈ ਹੋਵੇਗੀ। ਆਮ ਤੌਰ 'ਤੇ ਅਸੀਂ ਵੇਖਿਆ ਹੈ ਕਿ ਸਾਡੇ ਦੇਸ਼ ਦੇ ਵਿੱਚ ਜੋ ਵੀ ਡਰਾਈਵਰੀ ਕਰਦਾ ਹੈ ਤਾਂ ਉਸ ਨੂੰ ਇਹ ਲੱਗਦਾ ਹੈ ਕਿ ਡਰਾਈਵਰੀ ਤਾਂ ਇੱਕ ਛੋਟਾ ਕਿੱਤਾ ਹੈ, ਜਦ ਕਿ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਆਪਾਂ ਟ੍ਰੈਫਿਕ ਨਿਯਮਾਂ ਦੇ ਟੁੱਟਣ ਦੀ ਗੱਲ ਕਰ ਲਈ ਹੈ। ਆਪਾਂ ਇਹ ਵੀ ਜਾਣ ਲਿਆ ਹੈ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਹਾਦਸੇ ਸਾਡੀ ਲਾਪਰਵਾਹੀ ਨਾਲ, ਸਾਡੀ ਅਣਗਹਿਲੀ ਨਾਲ ਹੁੰਦੇ ਹਨ। ਹੁਣ ਤੋਂ ਆਪਾਂ ਪ੍ਰਣ ਕਰਨਾ ਹੈ, ਇਸ ਪ੍ਰਣ ਨੂੰ ਵੀ ਆਪਣੀ ਕਾਪੀ ਤੇ ਅਸੀਂ ਲਿਖ ਲੈਣਾ ਹੈ ਕਿ ਅੱਜ ਤੋਂ ਬਾਅਦ ਅਸੀਂ ਵੀ ਆਪਣੇ ਇਸ ਜੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਸ ਨੂੰ ਨਿਭਾਉਣਾ ਹੈ, ਉਸ ਦੇ ਵਿੱਚ ਆਪਣਾ ਹਿੱਸਾ ਪਾਉਣਾ ਹੈ। ਸਭ ਤੋਂ ਪਹਿਲਾਂ ਸਾਨੂੰ ਆਪਣੀ ਕਾਪੀ ਤੇ ਲਿਖ ਲੈਣਾ ਬਣਦਾ ਹੈ ਕਿ ਅੱਜ ਤੋਂ ਮੈਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਂਗਾ। ਉਸ ਤੋਂ ਅੱਗੇ ਜੇ ਤੁਸੀਂ ਕਿਸੇ ਸੜਕ ਤੇ ਜਾ ਰਹੇ ਹੋ ਤਾਂ ਅਗਰ ਉੱਥੇ ਲਾਈਟਾਂ ਲੱਗੀਆਂ ਹੋਈਆਂ ਨੇ ਚੌਂਕ ਵਿੱਚ ਤਾਂ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੇ ਲਾਲ ਲਾਈਟ ਹੈ ਤਾਂ ਮੈਂ ਉਸ ਨੂੰ ਅੱਗੇ ਪਾਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਕਈ ਵਾਰ ਅਸੀਂ ਜਾਣਬੁੱਝ ਕੇ ਉਹ ਲਾਈਟ ਪਾਰ ਕਰਦੇ ਹਾਂ ਤਾਂ ਅੱਗੋਂ ਤੋਂ ਵੀ ਕੋਈ ਗੱਡੀ ਆ ਰਹੀ ਹੁੰਦੀ ਹੈ ਤਾਂ ਉਸ ਵੇਲੇ ਹਾਦਸੇ ਤੋਂ ਬਚਣ ਲਈ ਸਾਨੂੰ ਟ੍ਰੈਫਿਕ ਨਿਯਮਾਂ ਦੇ ਇਹਨਾਂ ਜੋ ਵੀ ਸਾਡੇ ਲਈ ਨਿਯਮ ਬਣਾਏ ਨੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਕਈ ਵਾਰ ਅਸੀਂ ਦੇਖਿਆ ਹੈ ਕਿ ਸਾਡੇ ਵੱਡੇ ਜਾਂ ਹੋਰ ਲੋਕ ਉਹ ਜਾਣਬੁੱਝ ਕੇ, ਜਦੋਂ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿੱਥੇ ਸਕੂਲ ਹੈ ਉੱਥੇ ਗੱਡੀ ਹੌਲੀ ਕਰਕੇ ਲਿਜਾਣੀ ਹੈ, ਸਕੂਲ ਹਸਪਤਾਲ ਉੱਥੇ ਹਾਰਨ ਨਹੀਂ ਵਜਾਉਣਾ ਹੈ, ਇਹਨਾਂ ਗੱਲਾਂ ਦਾ ਵੀ ਅਸੀਂ ਧਿਆਨ ਰੱਖਣਾ ਹੈ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਅਗਰ ਅਸੀਂ ਸੋਚਦੇ ਹਾਂ ਕਿ ਲੋਕਾਂ ਨੂੰ ਅਸੀਂ ਜਾਗਰੂਕ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਸਾਡੇ ਘਰ ਦੇ ਵਿੱਚ ਕੋਈ ਵੀ ਡਰਾਈਵਰੀ ਕਰਨ ਵਾਲਾ ਮੈਂਬਰ ਹੈ, ਸਾਡਾ ਕੋਈ ਰਿਸ਼ਤੇਦਾਰ ਹੈ, ਤਾਂ ਉਸਦੇ ਕੋਲੇ ਗੱਲ ਇੱਕ ਵਧੀਆ ਵਿਦਿਆਰਥੀ ਵਜੋਂ ਤੁਸੀਂ ਕਰ ਸਕਦੇ ਹੋ, ਕਿਉਂਕਿ ਤੁਹਾਡਾ ਪਾਇਆ ਹੋਇਆ ਯੋਗਦਾਨ ਕਿਸੇ ਵੀ ਲਈ ਸਹਾਈ ਹੋ ਸਕਦਾ ਹੈ। ਜਿਹੜੀਆਂ ਗਲਤੀਆਂ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਅਗਰ ਅਸੀਂ ਬਾਈਕ ਤੇ ਜਾਂ ਸਾਈਕਲ ਤੇ ਜਾਂ ਕਿਤੇ ਵੀ ਜਾ ਰਹੇ ਹਾਂ ਕਿ ਸਾਡੇ ਹੈਲਮਟ ਪਾਇਆ ਹੋਇਆ ਹੈ, ਕਿ ਸਾਡਾ ਲਾਇਸੈਂਸ ਬਣਿਆ ਹੋਇਆ ਹੈ, ਜਾਂ ਅਗਰ ਅਸੀਂ ਕੋਈ ਸਾਧਨ ਲੈ ਕੇ ਜਾ ਰਹੇ ਹਾਂ ਆਵਾਜਾਈ ਵਾਲਾ, ਤਾਂ ਜਿੱਥੇ ਪਾਰਕਿੰਗ ਦਾ ਸਥਾਨ ਹੈ ਕਿ ਅਸੀਂ ਗੱਡੀ ਉੱਥੇ ਲਗਾਈ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਕਈ ਵਾਰ ਇੱਕ ਵਿਅਕਤੀ ਆਪਣੀ ਗੱਡੀ ਨੂੰ ਸੜਕ ਦੇ ਵਿਚਕਾਰ ਲਗਾ ਕੇ ਚਲਾ ਜਾਂਦਾ ਹੈ ਤਾਂ ਪਿੱਛੇ ਕਿੰਨੀ ਲੰਬੀ ਲਾਈਨ ਜਾਮ ਲੱਗ ਜਾਂਦਾ, ਤੇ ਉਸ ਦੇ ਵਿੱਚ ਕਈ ਵਾਰ ਜਾਮ ਦੇ ਵਿੱਚ ਫਸੇ ਹੋਏ ਸਾਡਾ ਕੋਈ ਮਰੀਜ਼ ਹੈ ਜਿਸ ਨੂੰ ਜਲਦੀ ਹਸਪਤਾਲ ਪਹੁੰਚਾਇਆ ਜਾਣਾ ਹੈ, ਅਗਰ ਉਹ ਜਾਮ ਦੇ ਵਿੱਚ ਠੀਕ ਸਮੇਂ ਤੇ ਨਹੀਂ ਪਹੁੰਚਦਾ ਤਾਂ ਕਈ ਵਾਰ ਇਹੋ ਜਿਹੇ ਸਾਡੇ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਾਡੀਆਂ ਲਾਪਰਵਾਹੀਆਂ, ਸਾਡੀਆਂ ਅਣਗਹਿਲੀਆਂ ਦੂਸਰਿਆਂ ਦੇ ਲਈ ਵੀ ਜਾਨ ਗਵਾਉਣ ਦਾ ਕਾਰਨ ਬਣਦੀਆਂ ਹਨ। ਇਸ ਕਰਕੇ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ, ਇੱਕ ਜ਼ਿੰਮੇਵਾਰ ਵਿਦਿਆਰਥੀ ਬਣਦੇ ਹੋਏ, ਦੇਸ਼ ਦਾ ਇੱਕ ਜ਼ਿੰਮੇਵਾਰ ਨਾਗਰਿਕ ਬਣਦੇ ਹੋਏ, ਅਗਰ ਆਪਣੀ ਕਾਪੀ ਤੇ ਇਹਨਾਂ ਗੱਲਾਂ ਨੂੰ ਲਿਖਦੇ ਹਾਂ, ਉਸ ਤੋਂ ਬਾਅਦ ਉਹਨਾਂ ਗੱਲਾਂ ਨੂੰ ਯਾਦ ਕਰਦੇ ਹਾਂ, ਤਾਂ ਸਾਰੀ ਜ਼ਿੰਦਗੀ ਸਾਡੇ ਇਹ ਨਾਲ ਚੱਲਦੀਆਂ ਹਨ। ਅਸੀਂ ਇਕੱਲਾ ਆਪਣਾ ਹੀ ਭਲਾ ਨਹੀਂ ਕਰ ਰਹੇ, ਜਿਵੇਂ ਕਿ ਕਿਹਾ ਜਾਂਦਾ ਹੈ ਕਿ ਕਰ ਭਲਾ ਹੋ ਭਲਾ, ਅਸੀਂ ਦੂਸਰਿਆਂ ਦਾ ਵੀ ਭਲਾ ਕਰ ਰਹੇ ਹਾਂ, ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰ ਰਹੇ ਹਾਂ। ਕਿਉਂਕਿ ਸਾਡੀਆਂ ਸੜਕਾਂ ਤੇ ਆਪਾਂ ਕਈ ਵਾਰ ਵੇਖਿਆ ਹੈ ਕਿ ਕਈ ਲੋਕ ਨਸ਼ਾ ਕਰਕੇ ਗੱਡੀ ਚਲਾਉਂਦੇ ਨੇ। ਉਹਨਾਂ ਨੂੰ ਅਗਰ ਸਾਨੂੰ ਲੱਗਦਾ ਹੈ ਕਿ ਕੋਈ ਸਾਡੇ ਆਲੇ ਦੁਆਲੇ ਤੋਂ ਇਸ ਤਰ੍ਹਾਂ ਕਰਦਾ ਹੈ, ਉਸ ਨੂੰ ਸਮਝਾ ਸਕਦੇ ਹਾਂ, ਨਹੀਂ ਤਾਂ ਅਸੀਂ ਆਪਣਾ ਆਪ ਬਚਾਓ ਕਿਵੇਂ ਕਰਨਾ ਹੈ ਸੜਕ ਦੇ ਉੱਤੇ, ਇਹਨਾਂ ਗੱਲਾਂ ਦਾ ਸਾਨੂੰ ਹਮੇਸ਼ਾ ਹੀ ਧਿਆਨ ਰੱਖਣ ਦੀ ਲੋੜ ਹੈ। ਬਹੁਤ ਸਾਰੇ ਟ੍ਰੈਫਿਕ ਨਿਯਮ ਨਾਲ ਸੰਬੰਧਿਤ ਸਾਡੇ ਸਕੂਲ ਦੀਆਂ ਕੰਧਾਂ ਤੇ ਜਾਂ ਸਾਡੇ ਟ੍ਰੈਫਿਕ ਵਿਭਾਗ ਵੱਲੋਂ ਸਾਈਨ ਬਣਾਏ ਹੁੰਦੇ ਹਨ। ਸੋ ਉਹਨਾਂ ਸਾਈਨ ਨੂੰ ਤੁਸੀਂ ਜ਼ਰੂਰ, ਬੇਸ਼ੱਕ ਤੁਸੀਂ ਆਪਣੇ ਫੋਨ ਦੇ ਉੱਤੇ ਉਹਨਾਂ ਨੂੰ ਵੇਖ ਸਕਦੇ ਹੋ, ਜਾਂ ਤੁਹਾਡੇ ਸਕੂਲ ਦੇ ਅਧਿਆਪਕ ਸਾਹਿਬਾਨ ਤੁਹਾਨੂੰ ਉਹ ਦੇ ਸਕਦੇ ਨੇ, ਜਾਂ ਟ੍ਰੈਫਿਕ ਵਿਭਾਗ ਨਾਲ ਜੁੜੇ ਹੋਏ ਕਰਮਚਾਰੀ ਜੋ ਸਾਡੇ ਸਕੂਲ ਆ ਕੇ ਵੰਡ ਕੇ ਜਾਂਦੇ ਹਨ, ਉਹਨਾਂ ਨੂੰ ਅਸੀਂ ਜ਼ਰੂਰ ਧਿਆਨ ਨਾਲ ਵੇਖਣਾ ਹੈ, ਕਿਉਂਕਿ ਉਹਨਾਂ ਤੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਤੁਸੀਂ ਖੱਬੇ ਹੱਥ ਮੁੜਨਾ ਹੈ, ਸੱਜੇ ਮੁੜਨਾ ਹੈ ਤਾਂ ਕਿਹੜਾ ਚਿੰਨ੍ਹ ਹੈ। ਹੁਣ ਇਸ ਸਮੇਂ ਸਾਡੇ ਦੇਸ਼ ਦੇ ਵਿੱਚ ਅਗਰ ਕਿਸੇ ਵੀ ਵਿਅਕਤੀ ਨੇ ਲਾਇਸੈਂਸ ਬਣਾਉਣਾ ਹੁੰਦਾ ਹੈ ਤਾਂ ਇਸ ਤੋਂ ਪਹਿਲਾਂ ਉਸ ਨੂੰ ਇਹ ਸਾਰੇ ਨਿਯਮ ਸਿਖਾਏ ਜਾਂਦੇ ਹਨ। ਇਹ ਸਾਡੇ ਦੇਸ਼ ਲਈ ਬਹੁਤ ਇੱਕ ਸ਼ੁਭ ਸੂਚਨਾ ਹੈ, ਜਿਸ ਦੀ ਪਾਲਣਾ ਕਰਕੇ ਸਾਡੇ ਜਿਹੜੇ ਆਵਾਜਾਈ ਦੇ ਨਿਯਮ ਨੇ ਉਹ ਬਹੁਤ ਸੁਧਰ ਸਕਦੇ ਹਨ, ਤੇ ਉਹਨਾਂ ਵਿੱਚ ਬਹੁਤ ਵਧੀਆ ਢੰਗ ਨਾਲ ਜੋ ਸਾਡੀ ਸੁਰੱਖਿਆ ਦੀ ਗੱਲ ਅਸੀਂ ਕਰਦੇ ਹਾਂ ਉਹ ਵੀ ਪੂਰੀ ਹੋ ਸਕਦੀ ਹੈ। ਇਸ ਕਰਕੇ ਜੋ ਸਾਡੀ ਜ਼ਿੰਮੇਵਾਰੀ ਹੈ ਇੱਕ ਵਿਦਿਆਰਥੀ ਹੋਣ ਦੇ ਨਾਤੇ, ਉਸ ਨੂੰ ਆਪਾਂ ਅੱਜ ਤੋਂ ਬਾਅਦ ਜ਼ਰੂਰ ਨਿਭਾਉਣਾ ਹੈ। ਅੱਜ ਤੋਂ ਬਾਅਦ ਅਸੀਂ ਇਹ ਪ੍ਰਣ ਕਰ ਲੈਣਾ ਕਿ ਕਦੇ ਵੀ ਸੜਕ ਦੇ ਉੱਤੇ ਕਿਸੇ ਵੀ ਵਿਦਿਆਰਥੀ ਨੇ ਖੇਡਣਾ ਨਹੀਂ, ਤੇ ਕਦੇ ਵੀ ਸੜਕ ਨੂੰ ਖੱਬੇ ਜਾਂ ਸੱਜੇ ਦੇਖੇ ਬਿਨਾਂ ਪਾਰ ਨਹੀਂ ਕਰਨਾ। ਕਈ ਵਾਰ ਅਸੀਂ ਇੰਨੀ ਸਪੀਡ ਨਾਲ ਸੜਕ ਪਾਰ ਕਰ ਜਾਂਦੇ ਹਾਂ, ਅਸੀਂ ਖੱਬੀ ਸੱਜੇ ਦੇਖਣ ਦਾ ਜੋ ਧਿਆਨ ਰੱਖਣਾ ਹੁੰਦਾ ਹੈ ਉਹ ਨਹੀਂ ਰੱਖਦੇ। ਕਈ ਵਾਰ ਇਸ ਤਰ੍ਹਾਂ ਦੇ ਵੀ ਹਾਦਸੇ ਹੋ ਜਾਂਦੇ ਹਨ। ਤੇ ਜਦੋਂ ਅਸੀਂ ਸਕੂਲ ਆਉਣਾ ਹੈ ਜਾਂ ਕਿਤੇ ਵੀ ਜਾਣਾ ਹੈ ਤਾਂ ਅਸੀਂ ਜੋਟੀਆਂ ਪਾ ਕੇ ਨਹੀਂ ਤੁਰਨਾ। ਜੋ ਸਾਡੇ ਲਈ ਸੁਰੱਖਿਅਤ ਰਸਤਾ ਹੈ ਅਸੀਂ ਉਸ ਰਸਤੇ ਤੇ ਜਾਣਾ ਹੈ। ਜੋ ਸਾਡੇ ਲਈ ਪੈਦਲ ਚੱਲਣ ਦਾ ਰਸਤਾ ਹੈ ਅਸੀਂ ਉਸ ਰਸਤੇ ਤੇ ਜਾਣਾ ਹੈ। ਜਾਂ ਅਗਰ ਕਈ ਵਾਰ ਸਾਡੇ ਨਾਲ ਦਾ ਕੋਈ ਸਾਥੀ ਨਾਲ ਡਰਾਈਵਿੰਗ ਕਰ ਰਿਹਾ ਹੈ, ਅਗਰ ਨਾਲ ਫੋਨ ਸੁਣ ਰਿਹਾ ਹੈ, ਤਾਂ ਉਸ ਨੂੰ ਅਸੀਂ ਤੁਰੰਤ ਟੋਕ ਦੇਣਾ ਹੈ, ਰੋਕ ਦੇਣਾ ਹੈ, ਕਿਉਂਕਿ ਅਗਰ ਅਸੀਂ ਉਸ ਨੂੰ ਨਹੀਂ ਰੋਕਦੇ ਤਾਂ ਇਹ ਵੀ ਇੱਕ ਹਾਦਸੇ ਦਾ ਕਾਰਨ ਬਣਦਾ ਹੈ। ਇਸ ਕਰਕੇ ਪਿਆਰੇ ਵਿਦਿਆਰਥੀਓ, ਤੁਸੀਂ ਸਿਆਣੇ ਵਿਦਿਆਰਥੀ ਹੋ, ਸਮਝਦਾਰ ਵਿਦਿਆਰਥੀ ਹੋ, ਤੇ ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਅੱਜ ਤੋਂ ਬਾਅਦ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋਗੇ, ਆਪਣੇ ਸਾਥੀਆਂ ਨੂੰ ਵੀ ਇਸ ਲਈ ਜਾਗਰੂਕ ਕਰੋਗੇ, ਅਤੇ ਟ੍ਰੈਫਿਕ ਨਿਯਮਾਂ ਨਾਲ ਸੰਬੰਧਿਤ ਜੋ ਗੱਲਾਂ ਤੁਸੀਂ ਅੱਜ ਲਿਖੀਆਂ ਨੇ ਇਹਨਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓਗੇ, ਅਤੇ ਟ੍ਰੈਫਿਕ ਨਿਯਮਾਂ ਸੰਬੰਧੀ ਜੋ ਵੀ ਤੁਹਾਨੂੰ ਸਲੋਗਨ ਕਿਤੇ ਵੀ ਲਿਖੇ ਹੋਏ ਮਿਲਣ ਉਹਨਾਂ ਨੂੰ ਤੁਸੀਂ ਯਾਦ ਕਰੋਗੇ, ਅਤੇ ਇਸ ਤਰ੍ਹਾਂ ਦੇ ਜੋ ਸੁਰੱਖਿਆ ਪ੍ਰਤੀ ਜੋ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓਗੇ। ਇਸ ਤਰ੍ਹਾਂ ਹੀ ਜੋ ਤੁਹਾਡੇ ਲਈ ਨਵਾਂ ਵਿਸ਼ਾ ਸਵਾਗਤ ਜ਼ਿੰਦਗੀ, ਉਸ ਦੀ ਸਾਰਥਿਕਤਾ ਬਣਦੀ ਹੈ, ਉਸ ਦਾ ਸਾਰਥਕ ਹੋਣਾ ਬਣਦਾ ਹੈ। ਕਈ ਵਾਰ ਸਾਨੂੰ ਲੱਗਦਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਉਣਾ ਸਿਰਫ ਤੇ ਸਿਰਫ ਟ੍ਰੈਫਿਕ ਵਿਭਾਗ ਦੀ ਜ਼ਿੰਮੇਵਾਰੀ ਹੈ। ਅਗਰ ਉਹ ਸਾਹਮਣੇ ਸਾਡੇ ਖੜੇ ਟ੍ਰੈਫਿਕ ਵਿਭਾਗ ਦੇ ਕਰਮਚਾਰੀ ਸਾਨੂੰ ਦਿਸ ਪੈਂਦੇ ਹਨ ਤਾਂ ਅਸੀਂ ਉਸ ਵੇਲੇ ਜਾਗਰੂਕ ਹੋ ਜਾਂਦੇ ਹਾਂ, ਚੁਸਤ ਹੋ ਜਾਂਦੇ ਹਾਂ। ਉਸ ਵੇਲੇ ਅਗਰ ਸਾਡੀ ਬੈਲਟ ਨਹੀਂ ਲੱਗੀ ਤਾਂ ਅਸੀਂ ਸੀਟ ਬੈਲਟ ਵੀ ਲਗਾ ਲੈਂਦੇ ਹਾਂ। ਉਸ ਵੇਲੇ ਜੇ ਸਾਡੇ ਸਿਰ ਤੇ ਹੈਲਮਟ ਨਹੀਂ ਤਾਂ ਅਸੀਂ ਹੈਲਮਟ ਵੀ ਪਾ ਲੈਂਦੇ ਹਾਂ,
ਕਿ ਉਹ ਸਿਰਫ ਉਹਨਾਂ ਨੂੰ ਦਿਖਾਉਣ ਲਈ ਹੀ ਨਿਯਮ ਬਣੇ ਹਨ ਕਿ ਉਹ ਸਾਡੀ ਸੁਰੱਖਿਆ ਲਈ ਉਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ। ਜਦ ਕਿ ਹੋਣਾ ਇਹ 'ਚ ਚਾਹੀਦਾ ਹੈ ਕਿ ਉੱਥੇ ਚਾਹੇ ਟ੍ਰੈਫਿਕ ਵਿਭਾਗ ਦਾ ਕਰਮਚਾਰੀ ਕੋਈ ਖੜਾ ਹੈ ਜਾਂ ਨਹੀਂ ਹੈ, ਕਿਉਂਕਿ ਇਹ ਸਾਡੀ ਸੁਰੱਖਿਆ ਨਾਲ ਜੁੜੀ ਹੋਈ ਗੱਲ ਹੈ, ਸਾਡੀ ਜ਼ਿੰਦਗੀ ਨਾਲ ਜੁੜੀ ਹੋਈ ਗੱਲ ਹੈ। ਜੇਕਰ ਅਸੀਂ ਆਪਣੀ ਸੁਰੱਖਿਆ ਪ੍ਰਤੀ ਆਪ ਹੀ ਗੰਭੀਰ ਨਹੀਂ ਤਾਂ ਹੋਰ ਕੌਣ ਹੋਵੇਗਾ। ਇਹ ਕਿੰਨੀ ਛੋਟੀ ਗੱਲ ਹੈ ਕਿ ਸਾਨੂੰ ਸਾਡੀ ਸੁਰੱਖਿਆ ਪ੍ਰਤੀ ਵਾਰ-ਵਾਰ ਜਾਗਰੂਕ ਕਰਨ ਲਈ ਟ੍ਰੈਫਿਕ ਵਿਭਾਗ ਦੇ ਕਰਮਚਾਰੀਆਂ ਨੂੰ ਆ ਕੇ ਦੱਸਣਾ ਪੈਂਦਾ ਹੈ ਕਿ ਇਸ ਨਾਲ ਤੁਹਾਡੀ ਜਾਨ ਨੂੰ ਖਤਰਾ ਹੈ, ਤੁਸੀਂ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਇਸ ਤਰ੍ਹਾਂ ਬਹੁਤ ਸਾਰੀਆਂ ਜੋ ਗੱਲਾਂ ਨੇ ਸਾਡੀਆਂ ਸੜਕਾਂ ਤੇ ਅਸੀਂ ਆਮ ਤੌਰ ਤੇ ਹੁੰਦਿਆਂ ਵੇਖਦੇ ਹਾਂ ਕਿ ਕਈ ਵਾਰ ਓਵਰਟੇਕ ਕਰਦੇ ਵੇਲੇ ਜਾਂ ਖੱਬੇ ਸੱਜੇ ਮੁੜਨ ਵੇਲੇ ਬਹੁਤ ਲਾਪਰਵਾਹੀ ਨਾਲ ਜੋ ਗੱਡੀਆਂ ਚਲਾਉਣ ਵੇਲੇ ਸਾਡੇ ਡਰਾਈਵਰ ਕਰਦੇ ਹਨ, ਉਹਨਾਂ ਚੀਜ਼ਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ। ਜਾਂ ਕੋਈ ਨਸ਼ਾ ਕਰਕੇ ਕਰਦਾ ਹੈ, ਡਰਾਈਵਰੀ ਕਰਦਾ ਹੈ, ਜਾਂ ਕੋਈ ਗੱਡੀ ਦੀ ਜਾਂਚ ਨਹੀਂ ਕਰਾਉਂਦਾ। ਅਤੇ ਕਈ ਵਾਰ ਕੀ ਹੁੰਦਾ ਹੈ ਕਿ ਗੱਡੀ ਬਹੁਤ ਖਸਤਾ ਹਾਲਤ ਵਿੱਚ ਹੋ ਚੁੱਕੀ ਹੁੰਦੀ ਹੈ ਅਤੇ ਉਸ ਨੂੰ ਵੀ ਸਾਡੀਆਂ ਸੜਕਾਂ ਦੇ ਉੱਤੇ ਚਲਾਇਆ ਜਾਂਦਾ ਹੈ। ਕਈ ਵਾਰ ਕੁਝ ਸਾਡੇ ਡਰਾਈਵਰ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਦੀ ਗੱਡੀ ਚਲਾਉਣ ਦੀ ਉਹਨਾਂ ਦੀ ਹਾਲਤ ਨਹੀਂ ਹੁੰਦੀ, ਫਿਰ ਵੀ ਉਹ ਗੱਡੀ ਚਲਾ ਰਹੇ ਹੁੰਦੇ ਹਨ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ। ਅਗਰ ਸਾਡੇ ਵਿਦਿਆਰਥੀ ਹੋਣ ਦੇ ਨਾਤੇ ਤੁਸੀਂ ਇਹਨਾਂ ਗੱਲਾਂ ਬਾਰੇ ਸੋਚੋਗੇ, ਵਿਚਾਰੋਗੇ, ਜਾਗਰੂਕ ਆਪ ਹੋਵੋਗੇ ਅਤੇ ਆਲੇ ਦੁਆਲੇ ਜਾਗਰੂਕਤਾ ਫੈਲਾਓਗੇ ਤਾਂ ਬਹੁਤ ਸਾਰੇ ਹਾਦਸੇ ਜੋ ਸਾਡੇ ਦੇਸ਼ ਵਿੱਚ ਸੜਕਾਂ 'ਤੇ ਹੁੰਦੇ ਨੇ ਉਹਨਾਂ ਤੋਂ ਬਚਾਅ ਹੋ ਸਕਦਾ ਹੈ। ਸਾਡੇ ਦੇਸ਼ ਦਾ ਵਿਕਾਸ ਹੋ ਸਕਦਾ ਹੈ, ਸਾਡਾ ਦੇਸ਼ ਹੋਰ ਪ੍ਰਫੁੱਲਤ ਹੋ ਸਕਦਾ ਹੈ, ਸਾਡਾ ਆਲਾ ਦੁਆਲਾ ਹੋਰ ਪ੍ਰਫੁੱਲਤ ਹੋ ਸਕਦਾ ਹੈ। ਕਿਉਂਕਿ ਸਾਡੇ ਇਸ ਵਿਸ਼ੇ ਦਾ ਜੋ ਮੁੱਖ ਉਦੇਸ਼ ਹੈ ਕਿ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਕਰਨਾ, ਉਸ ਨੂੰ ਪਤਾ ਹੋਵੇ ਕਿ ਉਸਨੇ ਘਰ ਵਿੱਚ ਕਿਵੇਂ ਰਹਿਣਾ ਹੈ, ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸਨੇ ਅਗਰ ਸੜਕ ਤੇ ਜਾਣਾ ਹੈ ਤਾਂ ਕਿਵੇਂ ਚੱਲਣਾ ਹੈ, ਅਗਰ ਉਸਨੇ ਡਰਾਈਵਰੀ ਕਰਨੀ ਹੈ, ਗੱਡੀ ਤੇ ਜਾਣਾ ਹੈ ਤਾਂ ਕਿਵੇਂ ਜਾਣਾ ਹੈ, ਜੇ ਉਸਨੇ ਕਿਸੇ ਵੀ ਥਾਂ ਤੇ ਜਾਣਾ ਹੈ ਤਾਂ ਉਸਨੂੰ ਇਸ ਨਿਯਮ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਵਿਸ਼ੇ ਦਾ ਉਦੇਸ਼ ਤੁਹਾਡਾ ਸਰਬਪੱਖੀ ਵਿਕਾਸ ਕਰਨਾ ਹੈ ਅਤੇ ਸਰਬਪੱਖੀ ਵਿਕਾਸ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਜ਼ਿੰਦਗੀ ਦੀ ਸੁਰੱਖਿਆ ਨਾਲ ਜੁੜੀ ਹੋਈ। ਇਹ ਸਿਰਫ ਸਾਡੀ ਆਪਣੀ ਜ਼ਿੰਦਗੀ ਦੀ ਸੁਰੱਖਿਆ ਨਾਲ ਨਹੀਂ, ਇਹ ਦੂਸਰਿਆਂ ਦੀ ਜ਼ਿੰਦਗੀ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮਸਲਾ ਹੈ। ਇਸ ਕਰਕੇ ਤੁਹਾਡੇ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਤੁਸੀਂ ਅੱਜ ਤੋਂ ਬਾਅਦ ਟ੍ਰੈਫਿਕ ਨਿਯਮਾਂ ਨੂੰ ਆਪਣੀ ਜ਼ਿੰਦਗੀ ਦਾ, ਆਪਣੇ ਜੀਵਨ ਦਾ ਹਿੱਸਾ ਬਣਾਓਗੇ ਅਤੇ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕਤਾ ਫੈਲਾਓਗੇ ਅਤੇ ਟ੍ਰੈਫਿਕ ਨਿਯਮਾਂ ਨਾਲ ਸੰਬੰਧਿਤ ਜਾਣਕਾਰੀ ਆਪ ਵੀ ਪ੍ਰਾਪਤ ਕਰੋਗੇ ਅਤੇ ਦੂਸਰਿਆਂ ਨਾਲ ਵੀ ਵੰਡੋਗੇ। ਸੋ ਇਸ ਵਿਸ਼ੇ ਨੂੰ ਇਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਵਾਂਗੇ। ਸੋ ਮੈਂ ਉਮੀਦ ਕਰਦਾ ਕਿ ਅੱਜ ਤੋਂ ਬਾਅਦ ਅਸੀਂ ਟ੍ਰੈਫਿਕ ਨਿਯਮਾਂ ਪ੍ਰਤੀ ਹੋਰ ਗੰਭੀਰ ਹੋਵਾਂਗੇ, ਹੋਰ ਜਾਗਰੂਕ ਢੰਗ ਨਾਲ ਅਸੀਂ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਜੀਵਨ ਨੂੰ ਹੋਰ ਖੁਸ਼ਗਵਾਰ ਬਣਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੋਟਰਸਾਈਕਲ ਜੇ ਚਲਾਉਣਾ, ਸਿਰ ਉੱਤੇ ਹੈਲਮਟ ਪਾਉਣਾ, ਕੋਈ ਵੀ ਵਾਹਨ ਚਲਾਉਣਾ, ਕੰਨ ਤੇ ਨਾ ਮੋਬਾਈਲ ਲਗਾਉਣਾ, ਲੈ ਕੇ ਜੇ ਜਾਣੀ ਗੱਡੀ ਹੋਵੇ ਸੀਟ ਬੈਲਟ ਵੀ ਲੱਗੀ, ਸਮਝਣ ਦੀ ਲੋੜ ਨਿਯਮ ਟ੍ਰੈਫਿਕ ਦੇ, ਐਵੇਂ ਨਾ ਤੋੜ ਨਿਯਮ ਟ੍ਰੈਫਿਕ ਦੇ, ਐਵੇਂ ਨਾ ਤੋੜ ਨਿਯਮ ਟ੍ਰੈਫਿਕ ਦੇ। ਆ ਕੇ ਕਈ ਨਸ਼ਾ ਚਲਾਉਂਦੇ, ਆਪਣੀ ਉਹ ਜਾਨ ਗਵਾਉਂਦੇ, ਸੜਕਾਂ ਤੇ ਰੇਸਾਂ ਲਾਈਆਂ ਦੇ ਵੀ ਕੁਝ ਅਕਲ ਉਸਾਈਆਂ। ਆ ਕੇ ਕਈ ਨਸ਼ਾ ਚਲਾਉਂਦੇ, ਆਪਣੀ ਉਹ ਜਾਨ ਗਵਾਉਂਦੇ, ਸੜਕਾਂ ਤੇ ਰੇਸਾਂ ਲਾਈਆਂ ਦੇ ਵੀ ਕੁਝ ਅਕਲ ਉਸਾਈਆਂ। ਰਾਹਾਂ ਵਿੱਚ ਤੱਕ ਲੈ ਕਿੰਨੇ, ਰਾਹਾਂ ਵਿੱਚ ਤੱਕ ਲੈ ਕਿੰਨੇ, ਆਉਂਦੇ ਨੇ ਮੋੜ ਨਿਯਮ ਟ੍ਰੈਫਿਕ ਦੇ, ਐਵੇਂ ਨਾ ਤੋੜ ਨਿਯਮ ਟ੍ਰੈਫਿਕ ਦੇ, ਤੇਰੀ ਬੜੀ ਲੋੜ ਨਿਯਮ ਟ੍ਰੈਫਿਕ ਦੇ।